ਸਾਡੀ ਜਿਹੜੀ ਇੰਟਰੈਕਸ਼ਨ ਹੋਈ ਸੀਗੀ ਅੱਜ ਤੋਂ 10-12 ਦਿਨ ਪਹਿਲਾਂ ਬੋਲਾਂ ਓਕੇ ਸਾਡੀ ਜਿਹੜੀ ਇੰਟਰੈਕਸ਼ਨ ਹੋਈ ਸੀਗੀ ਅੱਜ ਤੋਂ 10-12 ਦਿਨ ਪਹਿਲਾਂ ਥੋੜਾ ਨੀਚੇ ਕਰ ਲਓ ਥੋੜਾ ਥੱਲੇ ਸਾਡੀ ਇੰਟਰੈਕਸ਼ਨ 10-12 ਦਿਨ ਪਹਿਲਾਂ ਜਿਹੜੀ ਹੋਈ ਸੀਗੀਆਂ ਮੈਂ ਤੁਹਾਨੂੰ ਪ੍ਰਾਇਓਰਿਟੀਜ਼ ਦੱਸੀ ਸੀਗੀਆਂ ਬੇਸਿਕਲੀ 5 ਪ੍ਰਾਇਓਰਿਟੀਜ਼ ਸੀਗੀਆਂ ਫਰਸਟ ਵਾਜ਼ ਯੂਥ ਨਸ਼ਿਆਂ ਵਿਰੁੱਧ ਸੈਕੰਡ ਵਾਜ਼ ਇੰਟੀਗ੍ਰੇਟਿੰਗ ਟ੍ਰੈਫਿਕ PCR ਤੇ ਟ੍ਰੈਫਿਕ ਤੇ ਜ਼ਿਆਦਾ ਆਪਾਂ ਸੁਚਾਰੂ ਢੰਗ ਨਾਲ ਕੰਮ ਕਰਨਾ ਸੀਗਾ ਤੀਸਰੀ ਸੀਗੀ ਪਰਫਾਰਮੈਂਸ ਕ੍ਰਾਈਟੇਰੀਆ ਚੌਥੀ ਸੀਗੀ ਗ੍ਰੀਵੈਂਸ ਰਿਡਰੈਸਲ ਤੇ ਪੰਜਵੀਂ ਸੀਗੀ ਆਰਗੇਨਾਈਜ਼ਡ ਕ੍ਰਾਈਮ ਨੂੰ ਖਤਮ ਕਰਨਾ ਇਨ ਸਾਰਿਆਂ ਦਾ ਪਰਫਾਰਮੈਂਸ ਚਾਰਟ ਜਿਹੜਾ ਹੈ ਉਹ ਤਿਆਰ ਹੋ ਗਿਆ ਹੁਣ ਜਿੰਨੇ ਵੀ ਫੀਲਡ ਆਫਸਰਸ ਹੈ ਸਟਾਰਟਿੰਗ ਫਰੋਮ DCPs ADCPs ਫੀਲਡ ਆਫਸਰਸ ACPs ਐਂਡ SHOs ਐਂਡ ਚੌਂਕੀ ਇੰਚਾਰਜ ਇਹਨਾਂ ਦੀ ਪੋਸਟਿੰਗ ਪਰਫਾਰਮੈਂਸ ਜਿਹੜੀ ਹੈ ਉਹ ਪਰਫਾਰਮੈਂਸ ਚਾਰਟ ਦੇ ਰਾਹੀਂ ਚੈੱਕ ਕੀਤੀ ਜਾਊਗੀ ਜਿਹੜਾ ਪਰਫਾਰਮੈਂਸ ਚਾਰਟ ਹੈ ਉਹਦੇ 'ਚ 10 ਕ੍ਰਾਈਟੇਰੀਆ ਬਣਾਏ ਹੈ 10 ਦਿਨ ਬਾਅਦ ਰਿਵਿਊ ਮੀਟਿੰਗ ਮੈਂ ਲਿਆ ਕਰਾਂਗਾ ਜੀ ਅਤੇ ਟਾਰਗੇਟਸ ਦੇ ਕੇ ਜਿਵੇਂ ਐਗਜ਼ਾਮਪਲ ਦੇ ਰਹੇ ਕਿ ਕੇਸ ਪ੍ਰੋਪਰਟੀ ਕਿੰਨੀ ਡਿਸਪੋਜ਼ ਕੀਤੀ ਜਿਹਦਾ ਮੈਂ ਕੱਲ੍ਹ ਕਹਿ ਰਿਹਾ ਸੀਗਾ ਜਿਹੜੇ ਕੇਸਿਸ ਹੈ ਉਹ ਕਿੰਨੇ ਡਿਸਪੋਜ਼ ਕੀਤੇ ਪਿਛਲੇ 10 ਦਿਨਾਂ 'ਚ ਪਬਲਿਕ ਕੰਪਲੇਂਟਸ ਕਿੰਨੀ ਡਿਸਪੋਜ਼ ਕੀਤੀਆਂ ਸੈਮੀਨਾਰਸ ਕਿੰਨੇ ਲਾਏ ਜੀ ਫਾਰਮਲ ਇੰਸਪੈਕਸ਼ਨਸ ਕਿੰਨੀ ਕੀਤੀਆਂ ਪ੍ਰੋਪਰਟੀ ਅਟੈਚ NDPS ਦੀ ਕਿੰਨੀ ਕਰਾਈ ਕਿੰਨੇ ਐਫਰਟਸ ਕੀਤੇ ਕਿ ਕੈਸੋ ਆਪਰੇਸ਼ਨ ਆਪਾਂ ਕਰ ਰਹੇ ਆਪਣੇ ਇਲਾਕੇ 'ਚ ਅਤੇ ਜਿਹੜੇ ਨੋਨ ਕਰੋਨਿਕ ਪੈਟੀ ਕ੍ਰਿਮੀਨਲਸ ਹੈ ਉਹਨਾਂ ਨੂੰ ਰਾਊਂਡ ਅਪ ਕੀਤਾ ਕਿੰਨੇ ਪ੍ਰੀਵੈਂਟਿਵ ਐਕਸ਼ਨ ਲਿੱਤੇ 64 ਕਿੰਨੇ ਨਸ਼ੇੜੀ ਜਿਹੜੇ ਹੈ ਜਿਹੜੇ ਨਸ਼ਾ ਕਰਦੇ ਹੈ ਉਹਨਾਂ ਨੂੰ ਡੀ ਐਡਿਕਸ਼ਨ ਜਾਂ ਰੀਫਾਰਮੇਸ਼ਨ ਸੈਂਟਰ 'ਤੇ ਭਰਤੀ ਕਰਾਇਆ ਇਸ ਤਰ੍ਹਾਂ ਦਾ ਇੱਕ ਬਹੁਤ ਡਿਟੇਲਡ ਪਰਫਾਰਮੈਂਸ ਚਾਰਟ ਜਿਹੜਾ ਹੈ ਉਹ ਡਿਜ਼ਾਈਨ ਕੀਤਾ ਗਿਆ ਅਤੇ ਉਹਦੀ ਮੈਂ ਅੱਜ ਬਰੀਫਿੰਗ ਕਰਾਂਗਾ ਜੀ ਅਤੇ ਐਵਰੀ 10 ਡੇਜ਼ ਇਹਦਾ ਰਿਵਿਊ ਲਿੱਤਾ ਜਾਊਗਾ ਜੀ ਅਤੇ ਪਿਛਲੇ ਜਨਵਰੀ ਤੋਂ ਬਾਅਦ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਹੈ ਕਾਫੀ ਅੱਛਾ ਕੰਮ ਹੋਇਆ ਕਮਿਸ਼ਨਰੇਟ 'ਚ ਅਤੇ 250 ਦੇ ਕਰੀਬ ਪਰਚੇ ਹੋਏ ਹੈ ਅਤੇ ਇਟਸ ਆਲ ਫਿਗਰਸ 250 ਦੇ ਕਰੀਬ ਪਰਚੇ ਹੋਏ ਹੈ ਅਤੇ 350 ਬੰਦੇ ਗ੍ਰਿਫਤਾਰ ਹੋਏ ਹੈ 10 ਕਿਲੋ OPM 10 ਕਿਲੋ ਦੇ ਕਰੀਬ ਹੀ ਹੈਰੋਇਨ ਬਰਾਮਦ ਹੋਈ ਹੈ ਅਤੇ 5 ਕਰੋੜ 4.5 ਕਰੋੜ ਦੇ ਕਰੀਬ ਪ੍ਰੋਪਰਟੀ ਜਿਹੜੀ ਉਹ ਫਰੀਜ਼ ਹੋਈ ਹੈ ਅਤੇ ਇਸ ਚੀਜ਼ ਨੂੰ ਵੀ ਆਪਾਂ ਹੋਰ ਸਖਤੀ ਨਾਲ ਇੰਪਲੀਮੈਂਟ ਕਰਾਂਗੇ ਕੋਈ ਸ਼ਹਿਰ ਦੇ ਕੋਈ ਸੈਂਸਿਟਿਵ ਏਰੀਆ ਲੋਕੇਟ ਕੀਤੇ ਮੈਂ ਉਹ ਵੀ ਦੱਸ ਰਿਹਾ ਸਾਡੇ ਪ੍ਰੋਟੋਕੋਲਸ ਜਿਹੜੇ ਹੁੰਦੇ ਹੈ ਸਿਕਿਉਰਿਟੀ ਪ੍ਰੋਟੋਕੋਲਸ ਉਹ ਹੁੰਦੇ ਹੈ 6 ਤਰ੍ਹਾਂ ਦੇ ਪਹਿਲਾ ਹੁੰਦਾ ਹੈ ਡਰੱਗ ਹੌਟਸਪੌਟਸ ਸੈਕਿੰਡ ਹੁੰਦਾ ਹੈ ਪੈਟੀ ਕ੍ਰਾਈਮ ਹੌਟਸਪੌਟਸ ਥਰਡ ਹੁੰਦਾ ਰੈੱਡ ਲਾਈਟ ਏਰੀਆਜ਼ ਫੋਰਥ ਜਿਹੜਾ ਹੁੰਦਾ ਹੈ ਸਿਟੀ ਸੀਲਿੰਗ ਪੁਆਇੰਟਸ ਫਿਫਥ ਜਿਹੜਾ ਹੁੰਦਾ ਹੈ ਈਵਨਿੰਗ ਪੈਟਰੋਲਿੰਗ ਦੇ ਸ਼ਾਮ ਦੀ ਪੈਟਰੋਲਿੰਗ ਦੇ ਪੁਆਇੰਟਸ ਅਤੇ ਛਟਾ ਜਿਹੜਾ ਹੁੰਦਾ ਹੈ ਉਹ ਸਪੈਸ਼ਲ ਸਿਕਿਉਰਿਟੀ ਪ੍ਰੋਟੋਕੋਲ ਹੁੰਦਾ ਹੈ ਜਿਹਦੇ ਵਿੱਚ ਜਿਹੜੀ ਵੀ ਵੈਂਟੇਜ ਏਰੀਆਜ਼ ਹੈ ਵੈਂਟੇਜ ਪੁਆਇੰਟਸ ਹੈ ਉਹਨਾਂ ਦੀ ਪੈਟਰੋਲਿੰਗ ਚੱਲਦੀ ਹੈ ਅਤੇ ਇਹ ਸਾਰੇ ਦੇ ਸਾਰੇ 6 ਪ੍ਰੋਟੋਕੋਲ ਜਿਹੜੇ ਹੈ ਇਹਨਾਂ ਨੂੰ ਰਿਵਿਊ ਕੀਤਾ ਜਾ ਰਿਹਾ ਹੈ ਅਤੇ ਮੇਰੇ DCP ਲੈਵਲ ਆਫਸਰਸ ਜਿਹੜੇ ਹੈ ਪਿੱਛੇ ਹੈ ਖੜ੍ਹੇ ਅਤੇ ਹਰ ਇੱਕ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਇਹ ਬਹੁਤ ਮਿਨਿਊਟ ਕੰਮ ਹੈ ਕਿ ਜਿਵੇਂ ਰੈੱਡ ਅਲਰਟ ਜਦ ਘੋਸ਼ਿਤ ਹੋਇਆ ਅਤੇ ਕਿਹੜਾ ਅਫਸਰ ਕਿਹੜੀ ਜਗ੍ਹਾ 'ਤੇ ਜਾ ਕੇ ਕੀ ਕਰੇਗਾ ਕੀ ਇਨਫੋਰਮੇਸ਼ਨ ਆਈ ਕਿਹੜੀ ਗੱਡੀ ਹੋਊਗੀ PCR ਕਿਹੜੀ ਜਾਏਗੀ ਸੋ ਇਹ ਰਿਵਿਊ ਚੱਲ ਰਿਹਾ ਜੀ ਇਹ ਵੀ ਹਫਤੇ 10 ਦਿਨ ਤੱਕ ਇੰਪਲੀਮੈਂਟ ਹੋ ਜਾਏਗਾ ਅਤੇ ਉਸ ਤੋਂ ਬਾਅਦ ਆਪਾਂ ਰੈਗੂਲਰ ਡਰਿਲਸ ਕੀਆ ਕਰਾਂਗੇ ਇਸ ਚੀਜ਼ ਦੀ ਹਾਂਜੀ ਨੈਕਸਟ ਸਰ ਜਿਹਦਾ PT ਕ੍ਰਾਈਮਸ ਨੇ ਏਰੀਆ ਦੇ ਮੁਹੱਲੇ ਦੇ ਇੱਕ ਇਹ ਕੁਐਸਚਨ ਹੈ ਇੱਕ ਸੈਕਿੰਡ ਹੈ ਕਿ ਜਦੋਂ ਤੁਸੀਂ ਕੋਈ ਬੰਦਾ ਆਪਣਾ ਪੁਲਿਸ ਸਟੇਸ਼ਨ ਜਾਂਦਾ ਹੈ ਉਹਦੀ FIR ਲਾਂਚ ਦੇਖਦੇ ਹਾਂ ਅਸੀਂ ਕਿ ਮੈਂ ਉਹੀ ਕਹਿ ਰਿਹਾ ਜੀ ਇਹਦੇ 'ਚ ਜਿਹੜੀ ਐਨਾਲਿਸਿਸ ਹੈ ਇਹ ਬਿਲਕੁਲ ਕਲੀਅਰ ਕੱਟ ਐਨਾਲਿਸਿਸ ਹੋਊਗਾ ਕਿ ਜਿਹੜਾ ਕੰਪਲੇਨੈਂਟ CP ਦਫ਼ਤਰ ਆ ਰਿਹਾ ਮੈਨੂੰ ਮਿਲਣ ਆ ਰਿਹਾ ਹੈ ਮੇਰੇ DCP ਲੈਵਲ ਆਫਸਰਸ ਨੂੰ ਮਿਲਣ ਆ ਰਿਹਾ ਹੈ ਉਹ ਕਿਉਂ ਮਿਲਣ ਆ ਰਿਹਾ ਹੈ ਕਿ ਉਹਦੇ ਥਾਣੇ ਸੁਣਵਾਈ ਨਹੀਂ ਹੋਈ ਦੂਜੀ ਵਾਰ ਆ ਰਿਹਾ ਹੈ ਇਸ ACP ਲੈਵਲ ਆਫਸਰ ਨੇ ਸੁਣਵਾਈ ਨਹੀਂ ਕੀਤੀ ਆਫਸਰ ਬੈਠਾ ਨਹੀਂ ਸੀਗਾ ਕਿਸੇ ਨੇ ਬਦਤਮੀਜ਼ੀ ਨਾਲ ਗੱਲ ਕੀਤੀ ਉਹਦਾ ਵੀ ਐਨਾਲਿਸਿਸ ਜਿਹੜਾ ਹੈ ਉਹ ਦਫ਼ਤਰ ਲੈਵਲ 'ਤੇ CP ਦਫ਼ਤਰ ਲੈਵਲ 'ਤੇ ਆਪਾਂ ਇਹ ਕੀਤਾ ਜਾਏਗਾ ਜਿਹੜੇ ਡਿਫਾਲਟਿੰਗ ਯੂਨਿਟਸ ਹੈ ਉਹਨਾਂ ਨੂੰ ਵਾਰਨ ਕੀਤਾ ਜਾਏਗਾ ਫਿਰ ਉਹਨਾਂ ਨੂੰ ਬਦਲੀ ਕੀਤਾ ਜਾਏਗਾ ਸਰ ਜਿਹੜੇ 3 ਮਹੀਨਿਆਂ ਤੋਂ ਲੋਕਾਂ ਦੀਆਂ ਦਰਖਾਸਤਾਂ ਪੈਂਡਿੰਗ ਪਈਆਂ ਜਿਹੜੇ ਤੁਹਾਡੇ IO ਥਾਣੇ ਚਲੇ ਜਾਓ IO ਨਹੀਂ ਮਿਲਦਾ ਜੇ IO ਮਿਲਦਾ ਤਾਂ ਕਿਸੇ ਰਾਜਨੇਤਾ ਦਾ ਫੋਨ ਆ ਜਾਂਦਾ ਫਾਰ ਐਗਜ਼ਾਮਪਲ ਮੇਰੀ ਲੈ ਲਓ ਮੈਂ ਇੱਕ ਗੱਡੀ ਦਿੱਤੀ ਸੀ ਕਿਸੇ ਨੂੰ ਵੇਚਣ ਵਾਸਤੇ 4 ਮਹੀਨੇ ਹੋ ਗਏ ਤੁਹਾਡੇ ਮਾਲਟੂਨ ਦੇ SHO ਬਦਲ ਜਾਂਦਾ ਹੈ ਕਦੀ IO ਪਤਾ ਕੀ ਕਹਿੰਦਾ ਜੀ MLA ਸਾਹਿਬ ਦਾ ਫੋਨ ਆ ਗਿਆ ਦੇਖੋ
ਜਿਹੜੀ ਕੰਪਲੇਂਟਸ ਹੈ ਨਾ, ਜਿਹੜੀ ਤੁਸੀਂ ਕੰਪਲੇਂਟਸ ਦੀ ਗੱਲ ਕਰ ਰਹੇ ਹੋ, ਇसी ਕਾਰਨ ਲਈ ਜਿੰਨੇ ਵੀ ਵੂਮਨ ਸੈਲ ਰਿਲੇਟਡ ਕ੍ਰਾਈਮ ਅਗੇਂਸਟ ਵੂਮਨ ਤੇ ਇਕਨੋਮਿਕ ਆਫੈਂਸਸ ਦੀ ਕੰਪਲੇਂਟਸ ਜਿਹੜੀ ਹੈ ਉਹ ਸਾਰੀ ਦੀ ਸਾਰੀ ਥਾਣੇ ਲੈਵਲ ਤੋਂ ਆਪਾਂ ਨਿਕਾਲ ਕੇ ਗੈਸਟਡ ਅਫਸਰਸ ਨੂੰ ਦਿੱਤੀਆਂ। ਘੱਟ ਤੋਂ ਘੱਟ ਉਹਨਾਂ ਦਾ ਸਟਾਫ ਜਿਹੜਾ ਹੈ ਉਹ ਦਫ਼ਤਰ ਬੈਠਾ ਰਹਿੰਦਾ ਹੈ, ਨੰਬਰ 1। ਨੰਬਰ 2, परफॉर्मेंस ਜਿਹੜੀ ਹੈ ਨਾ ਜੀ, that would be the sole criteria for transfers and postings। ਸਰਾਭਾ ਨਗਰ ਗਏ ਸੀਗੇ, ਸਰਾਭਾ ਨਗਰ ਥਾਣੇ ਗਏ ਸੀਗੇ, ਜਿਹੜੇ ਬੇਸਿਕ ਮੁੱਢਲੀਆਂ ਸਹੂਲਤਾਂ ਜਿਹਨੂੰ ਆਪਾਂ ਕਹਿੰਦੇ ਉਹਨਾਂ ਦੀ ਵੀ ਘਾਟ ਸੀਗੀ। ਕੋਈ ਪਾਣੀ ਪੀਣ ਦੇ ਪਾਣੀ ਦਾ ਇੰਤਜ਼ਾਮ ਨਹੀਂ ਸੀਗਾ, ਟਾਇਲਟ ਤੁਸੀਂ ਦੇਖੇ ਕਿੱਦਾਂ। ਇਹ ਸਰਾਭਾ ਨਗਰ ਥਾਣੇ ਦੀ ਗੱਲ ਨਹੀਂ, ਸਰਾਭਾ ਨਗਰ ਥਾਣਾ ਇੱਕ ਨਾ ਮਾਡਲ ਥਾਣਾ ਇਹਨਾਂ ਨੇ ਬਣਾਇਆ ਸੀਗਾ ਕਾਫੀ ਦੇਰ ਪਹਿਲਾਂ, ਤੇ ਇਦਾਂ ਕਈ ਥਾਣੇ ਹੋਰ ਇਦਾਂ ਦੇ ਆ ਜਿੱਥੇ ਕਿ ਵਿਜ਼ਟਰ ਨੂੰ ਬੈਠਣ ਦੀ ਥਾਂ ਨਹੀਂ। ਦੇਖੋ ਆ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ, ਆਈ ਐਮ ਅਵੇਅਰ ਆਫ ਇਟ, ਤਾਂ ਹੀ ਮੈਂ ਖੁਦ ਦੇਖਣ ਗਿਆ ਸੀਗਾ। ਇਹ ਇਨ ਟਾਈਮ ਬਾਉਂਡ ਮੈਨਰ ਇੰਪਲੀਮੈਂਟ ਕੀਤਾ ਜਾਊਗਾ। ਸਰ ਕੀ ਕਰੋਗੇ, ਕੀ ਸੁਧਾਰ ਆਣਗੇ? ਇਹ ਮੁੱਢਲੀਆਂ ਸਹੂਲਤਾਂ ਹੀ ਨਹੀਂ ਹੋਤੇ, ਬੈਠਣ ਨਹੀਂ ਪਾਣੀ ਨਹੀਂ ਹੈ। ਮੈਂ ਉਹੀ ਕਹਿ ਰਿਹਾ ਨਾ ਜੀ, ਜਿਵੇਂ ਪਾਣੀ ਹੋ ਗਿਆ, ਲੋਕਾਂ ਦੀ ਬੈਠਣ ਦੀ ਥਾਂ ਹੋ ਗਈ, ਉਹਨਾਂ ਨੂੰ ਆਪਣਾਪਨ ਲੱਗੇ ਬੈਠ ਕੇ, ਕੋਈ ਸੁਣਵਾਈ ਕਰੇ। ਅਗਰ ਆਈਓ ਨਹੀਂ ਹੈ ਤੇ ਨਾਇਬ ਜਿਹੜਾ ਮੁਨਸ਼ੀ ਹੈ ਜਾਂ ਮੁਨਸ਼ੀ ਦਾ ਜਿਹੜਾ ਸਟਾਫ ਹੈ ਉਹੀ ਕੰਪਲੇਂਟ ਲਿਖ ਲੇ। ਇਹ ਛੋਟੀ ਚੇਂजेस ਹੈ ਜਿਹੜੇ ਆਪਾਂ ਇੰਪਲੀਮੈਂਟ ਕਰਾਂਗੇ। ਥਾਣੇ ਵਿੱਚ ਵਹੀਕਲ ਸਰ ਬਹੁਤ ਖੜੇ ਹੁੰਦੇ ਸਰ। ਜੀ ਇਹ ਜ਼ਰੂਰਤ ਸੀਗੀ ਜੀ। ਨਹੀਂ, ਲੈਥਾਰਜਿਕ ਅਪਰੋਚ ਨਹੀਂ ਸੀਗੀ। ਜਦ ਵੀ ਕੋਈ ਚੀਜ਼ ਕੰਟੀਨਿਊ ਚੱਲਦੀ ਹੈ ਨਾ ਜੀ, ਤੇ ਉਹ ਰੂਟੀਨ ਬਣ ਜਾਂਦੀ ਹੈ। ਰੂਟੀਨ ਨੂੰ ਚੈੱਕ ਕਰਨ ਲਈ ਬਾਰ-ਬਾਰ ਸੁਪਰਵਿਜ਼ਨ ਤੇ ਚੈਕਿੰਗ ਕਰਨੀ ਪੈਂਦੀ ਹੈ। ਸਭ ਇੱਕ ਚੀਜ਼ ਦੱਸੋ, ਨਸ਼ਿਆਂ ਵਿਰੁੱਧ ਤੁਸੀਂ ਐਡਾ ਵਧੀਆ ਬਿਆਨ ਚਲਾਇਆ ਪੰਜਾਬ ਸਰਕਾਰ ਨੇ, ਤੁਸੀਂ ਕਦੀ ਰੇਲਵੇ ਸਟੇਸ਼ਨ ਦੇ ਬਾਹਰ ਦੇਖਿਆ ਜਿਹੜੇ ਬੱਚੇ 15 12 ਸਾਲ ਦੀ ਲੜਕੇ ਉੱਥੇ ਬੈਠੇ ਨੇ, ਜਿਹੜੇ ਉਹ ਲੈਂਦੇ ਪੈਣ, ਫਿਊਲ ਲੈਂਦੇ ਪਏ ਨੇ? ਇਹ ਸਭ ਹੋਊਗਾ ਜੀ, ਇਹ ਸਭ ਹੋਊਗਾ। ਇਹ ਸਾਰੀ ਇਨਫੋਰਮੇਸ਼ਨ ਜਿਹੜੀ ਕੰਪਾਈਲ ਹੋ ਰਹੀ ਹੈ, ਇਹਨੇ ਫੇਜ਼ਡ ਮੈਨਰ ਹਰ ਚੀਜ਼ ਕਰਾਂਗੇ ਜੀ ਆਪਾਂ। ਸਰ ਜਿਹੜੇ ਰੈਸਟੋਰੈਂਟਸ ਵਗੈਰਾ ਨੇ ਉਹਦੇ ਚ ਨਾਬਾਲਗ ਬੱਚਿਆਂ ਨੂੰ ਹੁੱਕਾਸ ਵਗੈਰਾ ਦੇ ਰਹੇ ਆ, ਉਹਦੇ 144 ਦੇ ਆਰਡਰਸ ਜਿਹੜੇ ਹੈ ਅੱਜ ਜਾਂ ਕੱਲ ਮੈਂ ਜਾਰੀ ਕਰ ਦਿਆਂਗਾ। ਡੀਸੀਪੀ ਹੈਡਕੁਆਟਰ ਇਜ਼ ਦਾ ਨੋਡਲ ਅਫਸਰ, ਇਹ ਜਾਰੀ ਕਰ ਦੇਣਗੇ। ਬਹੁਤ ਜ਼ਿਆਦਾ ਖੜੇ ਹੁੰਦੇ ਨੇ ਪਬਲਿਕ। ਉਹ ਵੀ ਪਰਫਾਰਮੈਂਸ ਕ੍ਰਾਈਟੇਰੀਆ ਜੀ, ਉਹ ਵੀ ਤੁਸੀਂ ਦੇਖੋਗੇ ਧੀਰੇ ਧੀਰੇ ਨਿਕਲ ਜਾਏंगे। ਥੈਂਕ ਯੂ।